महक वतन दी लाइव वैब टीवी देख रहे प्यारे दर्शकों, सिख पंथ की महान शख्सियत संत बाबा फौजा सिंह जी सुभाने वाले, जिन्होंने कई बार असी आप जी के रूबरू किया है। पिछले कुछ समय दौरान वापर रही मंदभागियां घटनावां, श्री गुरु ग्रंथ साहिब जी महाराज जी के चोरी हुए सरूप ਅਤੇ चोरी हुए ਸਰੂਪਾਂ ਦੇ ਦੋਸ਼ੀਆਂ ਨੂੰ ਫੜਨ ਲਈ ਲੱਗਿਆ ਧਰਨਾਕਾਰੀਆਂ ਤੇ टास्क फोर्स ਵੱਲੋਂ ਕੀਤੀ ਗਈ ਕੁੱਟਮਾਰ, किसान विरोधी कानून, कई अजिहे अहम मसले सन जिन्हां दे कारण संत बाबा फौजा सिंह जी इंग्लैंड तो विशेष तौर पर पंजाब पहुँचे। अज बाबा जी सीधे तौर पर अपने नाल हाजिर हैं। इन्हां कौमी मसलिਆਂ ਨੂੰ ਲੈ ਕੇ आओ होइए बाबा जी ਦੇ रूबरू। महक वतन दी रूबरू प्रोग्राम देख रहे प्यारे दर्शकों, ਅਸੀਂ ਚਲੰਤ ਮਾਮਲਿਆਂ ਤੇ ਕਿਸੇ ਖਾਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਅੱਜ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਉੱਘੇ ਸਮਾਜ ਸੇਵਕ ਤੇ ਮਹਾਨ ਧਾਰਮਿਕ ਸ਼ਖਸੀਅਤ ਸੰਤ ਬਾਬਾ ਫੌਜਾ ਸਿੰਘ ਜੀ ਨਾਲ। ਬਾਬਾ ਜੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਤੇ ਆਪਾਂ ਨੂੰ ਪਤਾ ਹੈ ਕਿ ਜੋ ਦਰਬਾਰ ਸਾਹਿਬ ਵਿੱਚ ਧਰਨਾ ਲੱਗਿਆ ਹੋਇਆ ਸੀਗਾ, ਪਿਛਲੇ ਦਿਨੀ ਉਹ ਧਰਨਾ ਤਾਰੋ ਬਿਟੋ ਹੋ ਗਿਆ, ਚੁੱਕਿਆ ਗਿਆ। ਇਸ ਦਾ ਕੀ ਕਾਰਨ ਹੈ? ਕਾਰਨ ਭਾਈ ਭਾਵਨਾ ਪ੍ਰੀਤ ਜੀ ਇਹ ਹੈ ਕਿ ਪਹਿਲਾਂ ਤਾਂ ਜਥੇਬੰਦੀਆਂ ਨੇ ਉਹਨਾਂ ਗੁਰਮੁਖਾਂ ਨੂੰ ਕਿਹਾ ਸੀ ਇਸ ਜਗ੍ਹਾ ਤੇ ਧਰਨਾ ਨਾ ਲਾਓ ਜੀ, ਕਿ ਉਹ ਧਰਨਿਆਂ ਵਾਲੀ ਜਗ੍ਹਾ ਨਹੀਂ ਹੈ। ਹਾਂਜੀ। ਤੇ ਉੱਥੋਂ ਜੰਗਾਂ ਵਾਸਤੇ ਅਰਦਾਸਾਂ ਹੋ ਕੇ ਫਿਰ ਹਰ ਮੈਦਾਨ ਫਤਿਹ ਹੁੰਦਾ ਹੈ, ਪਰ ਉਹ ਆਪਣੀ ਆਪਣੀ ਭਾਵਨਾ ਹੁੰਦੀ ਹੈ, ਆਪਣੇ ਆਪਣੇ ਵਿਚਾਰ। ਪਰ ਇਹ ਨਹੀਂ ਆਪਾਂ ਕਹਿ ਸਕਦੇ ਗੁਰਮੁਖਾਂ ਨੇ ਕੁਛ ਗਲਤ ਕੀਤਾ। ਠੀਕ ਹੈ, ਮੋਰਚਾ ਲੱਗ ਗਿਆ, ਮੋਰਚੇ ਲੱਗਦੇ ਆਏ। ਅਗਰ ਫੌਜਾ ਸਿੰਘ ਵਿੱਚ ਕੋਈ ਗਲਤੀ ਹੈ, ਇੱਥੇ ਕੋਈ ਧਰਨਾ ਦਿੰਦਾ ਹੋਵੇ, ਮੈਂ ਨਿਮਰਤਾ ਨਾਲ ਉਹਦੇ ਵਿੱਚ ਬੈਠ ਨੂੰ ਜਾ ਕੇ ਕੀ ਮੇਰੀ ਗਲਤੀ ਹੈ ਦੱਸੋ। ਉਹ ਕਹਿਣਗੇ ਆਹ ਗਲਤੀ ਹੈ, ਮੈਂ ਕਹੂੰਗਾ ਜੋ ਤੁਹਾਡਾ ਹੱਕ ਬਣਦਾ ਉਹ ਇਨਕੁਆਇਰੀ ਕਰਵਾ ਲਓ, ਜੋ ਤੁਸੀਂ ਕਰਨਾ ਚਾਹੁੰਦੇ ਹੋ। ਅਗਰ ਮੇਰੇ 'ਚ ਗਲਤੀ ਆ ਤੁਸੀਂ ਕਰੋ। ਸ਼੍ਰੋਮਣੀ ਕਮੇਟੀ ਦੇਖੋ, ਉਹ ਇਸ ਚੀਜ਼ ਇਹਨਾਂ ਨੂੰ ਕੁੱਟ ਕੇ, ਇਹਨਾਂ ਨੂੰ ਬੀਬੀਆਂ ਨੂੰ ਗਾਲਾਂ ਕੱਢ ਕੇ, ਮੰਦੇ ਵਚਨ ਬੋਲ ਕੇ, ਡਾਂਗਾ ਮਾਰ ਕੇ ਇਹ ਮੋਰਚਾ ਨਹੀਂ ਖਤਮ ਕਰ ਸਕਦੀ। ਮੋਰਚਾ ਖਤਮ ਨਹੀਂ ਹੋਇਆ, ਕਦੇ ਨਾ ਕਹੋ ਮੋਰਚਾ ਖਤਮ ਨਹੀਂ ਹੋਇਆ। ਮੋਰਚਾ ਤਾਰ ਪੀਡੋ ਕੀਤਾ ਉਹਨਾਂ ਨੇ। ਅਲੱਗ ਅਲੱਗ ਸਭ ਦੀਆਂ ਮਨ ਦੀਆਂ ਭਾਵਨਾ ਨੇ। ਕੋਈ ਕੁਛ ਕਹਿੰਦਾ, ਹੁਣ ਕਿਸੇ ਨੇ ਕੁਛ ਕਹਿਣਾ, ਕਿਸੇ ਨੇ ਕੁਛ ਕਹਿਣਾ। ਭਾਵਨਾ ਪ੍ਰੀਤ ਜੀ, ਕਿਉਂਕਿ ਜਿੰਨੀ ਕਿਸੇ ਦੀ ਸੋਚ ਹੁੰਦੀ ਹੈ ਉਸ ਮੋਰਚੇ ਉੱਤੇ ਉਂਗਲਾਂ ਵੀ ਉੱਠਣਗੀਆਂ ਹੁਣ, ਔਰ ਉਹ ਸ਼ੱਕ ਵੀ ਲੋਕ ਕਰਨਗੇ। ਪਰ ਇਹ ਤਾਂ ਉਹ ਗੁਰਮੁਖ ਜਾਣਦੇ ਆ ਵਿਚਾਰੇ ਜਿਨ੍ਹਾਂ ਨੇ ਹੱਡੀ ਹੰਡਾਇਆ। ਪਰ ਉਹ ਕਿਸੇ ਮਾੜੇ ਕੰਮ ਨੂੰ ਨਹੀਂ ਬੈਠੇ। ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰੂ ਵੇਚਿਆ, ਉਹ ਕਹਿੰਦੇ ਸਾਡਾ ਗੁਰੂ ਕਿਉਂ ਵੇਚਿਆ ਤੇ ਗੁਰੂ ਕਿਹਨੂੰ ਵੇਚਿਆ, ਗੁਰੂ ਹੁਣ ਕਿੱਥੇ ਹੈ, ਸਾਨੂੰ ਇਹ ਦੱਸ ਦਿਓ। ਆਹ ਗੱਲ ਆਹੀ ਗੱਲ ਹੈ। ਮੋਰਚਾ ਮੇਰੇ ਖਿਆਲ ਨਾਲ ਇਹ ਕੁੱਟ ਕੱਟ ਕੇ ਬਾਹਰ ਕੱਢਿਆ, ਖਤਮ ਤਾਂ ਨਹੀਂ ਹੋਇਆ। ਇਹ ਤਾਂ ਉਹ ਗੁਰਮੁਖ ਦੱਸਣਗੇ ਵੀ ਖਤਮ ਹੋਇਆ ਜਾਂ ਨਹੀਂ। ਐਸੀ ਗੱਲ ਹੈ। ਬਾਬਾ ਜੀ ਇਸ ਮੋਰਚੇ ਵਿੱਚ ਸ਼ਾਮਲ ਸੁਜੀਤ ਖੋਸਾ ਜੀ, ਬਲਵੀਰ ਮੋਸਲ ਜੀ, ਬੀਬੀ ਮਨਜੀਤ ਕੌਰ, ਰਾਜਾ ਰਾਜ ਸਿੰਘ ਨਿਹੰਗ ਜੀ, ਇਹ ਸਾਰੇ ਸ਼ਾਮਲ ਸੀ। ਤੁਹਾਨੂੰ ਕੀ ਲੱਗਦਾ ਵੀ ਇਹ ਮੋਰਚਾ ਕਿਸੇ ਸਾਜ਼ਿਸ਼ ਨਾਲ ਚੁੱਕਿਆ ਗਿਆ ਜਾਂ ਵਾਕਈ ਉਹਨਾਂ ਨੂੰ ਧੱਕਾ ਹੋਇਆ? ਆਪਣੀ ਕੌਮ ਦੇ ਵਿੱਚ ਨਹੀਂ, ਸਾਰੀ ਦੁਨੀਆ ਦੇ ਵਿੱਚ, ਸਾਰੇ ਸੰਸਾਰ ਵਿੱਚ ਇਹ ਤਾਂ ਮਹਾਰਾਜ ਜੀ ਨੇ ਵੀ ਕਿਹਾ, ਆਪ ਆਪਣੀ ਬੁੱਧ ਹੈ ਜੀਤੀ, ਵਰਨਤ ਭਿੰਨ ਭਿੰਨ ਤੋਹਿ ਤੇਥੀ। ਆਪਣੇ ਆਪਣੇ ਹੁਣ ਖਿਆਲਾਤ ਚੱਲਣਗੇ। ਕਈਆਂ ਨੇ ਇਸ ਮੋਰਚੇ ਨੂੰ ਕਹਿਣਾ ਵੀ ਇੱਕ ਬੰਦਾ ਵਿਕ ਗਿਆ, ਉਹਨੇ ਜਾਣ ਕੇ ਇਹ ਕੰਮ ਕੀਤਾ, ਬਾਕੀਆਂ ਨੂੰ ਕੁੱਟਿਆ ਗਿਆ। ਇਹ ਹੁੰਦੀ ਹੈ ਪਾੜੋ ਰਾਜ ਕਰੋ ਦੀ ਨੀਤੀ। ਔਰ ਦੂਸਰਾ, ਜਿਹੜੇ ਰਾਜਾ ਰਾਜ ਸਿੰਘ ਨੇ, ਇਹ ਬਰਗਾੜੀ ਮੋਰਚੇ 'ਚ ਵੀ ਰਹੇ, ਨਿਹੰਗ ਸਿੰਘ, ਇਹ ਨਿਰਮਲ ਬੰਦੇ ਨੇ, ਪੰਥ ਦਾ ਦਰਦ ਰੱਖਣ ਵਾਲੇ ਨੇ। ਬਲਵੀਰ ਸਿੰਘ ਮੁਸਲ ਤੇ ਵੀ ਅੱਜ ਤੱਕ ਕੋਈ ਬਹੁਤੀ ਉਂਗਲ ਨਹੀਂ ਉੱਠੀ। ਬੀਬੀ ਮਨਜੀਤ ਕੌਰ ਤਾਂ ਬੀਬੀ ਹੈ ਵਿਚਾਰੀ। ਬਾਕੀ ਵੀ ਗੁਰਮੁਖ
ਜਿੰਨੇ ਬੈਠੇ ਸੀ ਗੁਰੂ ਦੀ ਯਾਦ ਵਿੱਚ ਹੀ ਬੈਠੇ ਸੀ। ਅਲੱਗ-ਅਲੱਗ ਸੁਰਾਂ, ਅਲੱਗ-ਅਲੱਗ ਗੱਲਾਂ ਕੁਛ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾਣਗੀਆਂ, ਉਹ ਤਾਂ ਜਾਣ-ਬੁੱਝ ਕੇ, ਕਿਉਂ ਉਹਨਾਂ ਨੂੰ ਪਾੜਨਾ ਜ਼ਰੂਰੀ ਹੈ, ਉਹਨਾਂ ਦਾ ਅੰਗ ਹੈ। ਸਾਮ ਦਾਮ ਦੰਡ ਭੇਟ ਚਾਰੇ ਅੰਗ ਵਰਤਣਗੇ। ਕੁਛ ਜਿਹੜੀ ਸਾਡੀ ਪੰਥ ਦੀ ਸੋਚ ਹੁੰਦੀ ਹੈ, ਜਿਹੜੇ ਆਗੂ ਅੱਗੇ ਹੁੰਦੇ ਨੇ ਉਹਨਾਂ ਪ੍ਰਤੀ, ਔਰ ਕਈ ਆਗੂ ਫਿਰ ਬਿਲਕੁਲ ਹੀ ਬੈਠ ਜਾਂਦੇ ਆ ਵੀ ਇਹਨਾਂ ਦੀ ਕਦਰ ਤਾਂ ਕਰਨੀ ਓ ਨਹੀਂ। ਪਰ ਮੇਰੇ ਖਿਆਲ ਦੇ ਨਾਲ ਮੋਰਚੇ ਡਾਂਗਾਂ ਪੈ ਜਾਂਦੀਆਂ ਰਹੀਆਂ, ਕਈ ਵਾਰੀ ਗੋਲੀਆਂ ਚੱਲ ਜਾਂਦੀਆਂ ਰਹੀਆਂ, ਕਈ ਵਾਰੀ ਤਿੱਤਰ ਬਿੱਤਰ ਹੋ ਜਾਂਦੇ ਰਹੇ ਕਈ ਵਾਰੀ, ਪਰ ਮੋਰਚੇ ਕਦੇ ਖਤਮ ਨਹੀਂ ਹੋਏ, ਮੋਰਚੇ ਚੱਲਦੇ ਰਹੇ। ਇਹ ਜਿਹੜਾ ਸੀਗਾ ਨਨਕਾਣਾ ਸਾਹਿਬ ਦਾ ਮੋਰਚਾ, ਉਹ ਮੋਰਚੇ ਵਿੱਚੋਂ ਕਿੰਨੀ ਲਹਿਰ ਨਿਕਲੀ ਸੀ, ਬਹੁਤ ਵੱਡੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹਨਾਂ ਨੇ ਬੜਾ ਮਾੜਾ ਕੰਮ ਕੀਤਾ, ਇਹਨਾਂ ਨੂੰ ਕੁੱਟ ਕੇ ਮਾਰ ਕੇ, ਇਹਨਾਂ ਨੂੰ ਨਹੀਂ ਕੁੱਟਿਆ, ਭਾਵੇਂ ਉਹ ਜਿਹੜੇ ਸਰੀਰ ਬੈਠੇ, ਜਿਹੜੇ ਸਿੰਘ ਬੈਠੇ, ਬੀਬੀਆਂ ਬੈਠੀਆਂ, ਕੋਈ ਵੀ ਸੀ, ਪਰ ਪੰਥ ਦਾ ਅੰਗ ਨੇ, ਪੰਥ ਦਾ ਅੰਗ ਨੇ, ਪੰਥ ਦੇ ਨੁਮਾਇੰਦੇ ਨੇ, ਪੰਥ ਦੀ ਸ਼ਖਸੀਅਤ ਨੇ, ਔਰ ਪੰਥ ਉਹਨਾਂ ਤੇ ਮਾਣ ਕਰਦਾ, ਹੁਣ ਮਾਣ ਕਰਦਾ। ਕਿਉਂ? ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਪੁੱਛ ਰਹੇ ਨੇ, ਸਾਡਾ ਗੁਰੂ ਚੋਰੀ ਹੋਇਆ, ਦੱਸੋ ਕਿੱਥੇ ਹੈ। ਜਗ੍ਹਾ ਦੀ ਛੱਡੋ ਗੱਲ, ਜਗ੍ਹਾ ਇਹ ਨਹੀਂ, ਮਤਭੇਦ ਹੁੰਦੇ ਰਹਿੰਦੇ ਨੇ, ਪਰ ਮੋਰਚਾ ਮੇਰੇ ਖਿਆਲ ਦੇ ਨਾਲ ਇਹ ਸੁਰਜੀਤ ਸਿੰਘ ਖੋਸਾ ਨੂੰ ਪੁੱਛਣਾ, ਬਲਵੀਰ ਸਿੰਘ ਮੁਸਲ, ਰਾਜਾ ਰਾਜ ਸਿੰਘ ਜੀ, ਬੀਬੀ ਮਨਜੀਤ ਕੌਰ, ਹੋਰ ਬੜੀਆਂ ਸ਼ਖਸੀਅਤਾਂ, ਸਾਰਿਆਂ ਦੇ ਨਾਂ ਅਸੀਂ ਨਹੀਂ ਲੈ ਸਕਦੇ, ਇਹਨਾਂ ਨੂੰ ਪੁੱਛਿਆ ਜਾਊਗਾ ਇੱਕ ਵਾਰ ਕਿ ਮੋਰਚਾ ਚਾਲੂ ਹੈ ਤੁਹਾਡੇ ਵੱਲੋਂ, ਪਰ ਪੰਥ ਵੱਲੋਂ ਤਾਂ ਚਾਲੂ ਹੈ। ਪੰਥ ਦੀਆਂ ਨਿਗਾਹ 'ਚ ਇਹ ਨਾ ਸੋਚਣ ਵੀ ਕੋਈ ਬੋਲਿਆ ਨਹੀਂ, ਪੰਥ ਦਾ ਦਿਲ ਬੋਲ ਰਿਹਾ ਹੈ, ਪੰਥ ਹਮੇਸ਼ਾ ਬੋਲਿਆ ਹੈ। ਜਦੋਂ ਮਹੰਤਾਂ ਨੇ ਲਛਮਣ ਸਿੰਘ ਧਾਰੋਵਾਲ ਵਾਲਿਆਂ ਨੂੰ ਔਰ ਪੂਰੀਆਂ ਸੰਗਤਾਂ ਨੂੰ ਉੱਥੇ ਕਤਲ ਕੀਤਾ, ਸ਼ਹੀਦ ਕੀਤਾ, ਬੀਬੀਆਂ ਦੀ ਬੇਪਤੀ ਕੀਤੀ, ਉਹਦੇ ਵਿੱਚੋਂ ਨਿਕਲ ਕੇ ਬਹੁਤ ਵੱਡੀਆਂ ਚੀਜ਼ਾਂ ਆਈਆਂ ਜੋ ਸਾਡੇ ਅੱਖਾਂ ਦੇ ਸਾਹਮਣੇ, ਅੱਜ ਵੀ ਸਾਹਮਣੇ ਨੇ, ਕੱਲ ਵੀ ਸਾਹਮਣੇ, ਸਾਡਾ ਇਤਿਹਾਸ ਹੈ। ਇਹ ਗੱਲ ਹੈ ਭਾਵਨਾ ਪ੍ਰੀਤ ਜੀ। ਬਾਬਾ ਜੀ, ਇਹ ਸਾਰੀ ਟੀਮ ਬੇਦੀ ਸਾਹਿਬ ਨਾਲ ਢੀਂਡ ਸਗਰਫ ਵੱਲ ਜਾ ਰਹੀ ਆ, ਤੁਸੀਂ ਵੀ ਦੀ ਇੱਕ ਧਿਰੋਂ, ਖਾਸ ਧਿਰੋਂ ਅਕਾਲ ਬੁਗਾ ਸਾਹਿਬ ਨੂੰ ਬਰਾਬਰ ਰੱਖਿਆ ਗਿਆ ਹਮੇਸ਼ਾ, ਤੇ ਇਸ ਤਰ੍ਹਾਂ ਤੁਸੀਂ ਵੀ ਉਹ ਸਿਆਸੀ ਟੀਮ ਵਿੱਚ ਸ਼ਾਮਲ ਹੋਵੋਗੇ ਜਾਂ ਤੁਸੀਂ ਵੱਖ ਹੋਵੋਗੇ? ਬੜਾ ਸੋਹਣਾ ਸਵਾਲ ਕੀਤਾ ਭਾਵਨਾ ਵੀਰ ਜੀ, ਕਿਉਂਕਿ ਬੇਦੀ ਸਾਹਿਬ ਬਾਬਾ ਸਰਬਜੋਤ ਸਿੰਘ ਜੀ ਬੇਦੀ ਜੋ ਕੌਮ ਦਾ ਭਲਾ ਚਾਹੁੰਦੇ ਆ, ਔਰ 17ਵੀਂ ਕੁੱਲ ਵਿੱਚੋਂ ਨੇ ਗੁਰੂ ਨਾਨਕ ਸਾਹਿਬ, ਮੈਂ ਉਹਨਾਂ ਨੂੰ ਨਮਸਕਾਰ ਕਰਦਾ। ਜਾਣੇ ਅਣਜਾਣੇ ਕਦੇ ਵੀ ਉੱਚਾ ਨੀਵਾਂ ਬੋਲਿਆ ਗਿਆ, ਉਹਦੀ ਵੀ ਮੈਂ ਮਾਫੀ ਚਾਹੁੰਦਾ, ਕਿਉਂਕਿ ਉਹਨਾਂ ਨੇ ਮੈਨੂੰ ਮਾਣ ਸਤਿਕਾਰ ਬਹੁਤ ਦਿੱਤਾ, ਦੇ ਰਹੇ ਨੇ, ਅੱਗੋਂ ਨੂੰ ਦੇਣਗੇ, ਅਸੀਂ ਉਹਨਾਂ ਦੇ ਬੱਚੇ ਹਾਂ। ਔਰ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਵੀ, ਉਹਨਾਂ ਨੂੰ ਵੀ ਮੈਂ ਨਮਸਕਾਰ ਕਰਦਾ। ਜਾਣੇ ਅਣਜਾਣੇ ਕੋਈ ਭੁੱਲ ਹੋਈ, ਕਦੇ ਵੀ ਤੁਰਦਿਆਂ ਗਲਤੀ ਹੋਈ, ਔਰ ਕਦੇ ਉੱਚਾ ਦੇਖਿਆ ਵੀ ਗਿਆ, ਦੇਖਦਾ ਨਹੀਂ ਮੈਂ, ਬੋਲਿਆ ਗਿਆ, ਉਹਨਾਂ ਤੋਂ ਵੀ ਮਾਫੀ ਚਾਹੁੰਦੇ ਆ। ਹਰੀਆਂ ਵੇਲਾਂ ਵਾਲੇ ਸਾਡੇ ਨਾਲ ਹੀ ਸੀ, ਭਾਈ ਬਾਬਾ ਗੁਰਦੇਵ ਸਿੰਘ, ਜਿਨ੍ਹਾਂ ਦੀ ਬੜੇ ਸੰਘਰਸ਼ ਨੇ, ਉਹਨਾਂ ਦੇ ਮਾਮਾ ਜੀ, ਉਹਨਾਂ ਦੇ ਬਹੁਤ ਵੱਡੇ ਇਤਿਹਾਸ ਸੰਘਰਸ਼ ਨੇ। ਜਾਣੇ ਅਣਜਾਣੇ ਕੋਈ ਭੁੱਲ ਹੋਈ, ਗਲਤੀ, ਮੇਰੇ ਨਾਲ ਵਿਚਰਿਆ ਚੱਲਿਆ, ਉਹਨਾਂ ਤੋਂ ਵੀ ਮਾਫੀ ਚਾਹੁੰਦਾ। ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਡਿੱਗੀ ਹੋਈ ਪੱਗ ਸਾਡੀ ਦਸਤਾਰ ਸਿਰ ਤੇ ਰੱਖੀ, ਉਹਨਾਂ ਨਾਲ ਵੀ ਬੈਠਣ ਦਾ ਸੁਭਾਗ ਮਿਲਿਆ, ਇਹਨਾਂ ਕਰਕੇ ਉਹਨਾਂ ਤੋਂ ਵੀ ਮੈਂ ਮਾਫੀ ਚਾਹੁੰਦਾ, ਕਿਤੇ ਜਾਣੇ ਅਣਜਾਣੇ ਕੁਛ ਉੱਚਾ ਨੀਵਾਂ ਹੋ ਗਿਆ ਹੋਵੇ। ਸਰਦਾਰ ਅਨਪੂਰ ਸਿੰਘ ਜੀ, ਇਹਨਾਂ ਦੇ ਪੀਏ ਕਹਿ ਲਓ, ਇਹਨਾਂ ਦੇ ਮੋਢੀ ਕਹਿ ਲਓ, ਮੋਢੀ ਨਹੀਂ, ਚਲੋ ਇਹਨਾਂ ਦੇ ਬੜੀ ਉੱਚੀ ਸੋਚ ਰੱਖਣ ਵਾਲੇ ਸਰਦਾਰ ਜੀ ਨੇ, ਮੈਂ ਮਾਣ ਕਰਦਾ ਉਹਨਾਂ ਦਾ। ਉਹਨਾਂ ਤੋਂ ਵੀ ਜਾਣੇ ਅਣਜਾਣੇ ਕੋਈ ਭੁੱਲ ਹੋਈ, ਗਲਤੀ ਹੋਈ, ਮੈਂ ਮਾਫੀ ਚਾਹੁੰਦਾ। ਇਸ ਟਾਈਮ ਉਹਨਾਂ ਦੇ ਨਾਲ ਰਿਸ਼ਤਾ ਤਾਂ ਮੇਰਾ, ਸਾਂਝ ਤਾਂ ਮੇਰੀ ਧਰਮ ਦੀ ਹੈ, ਔਰ ਰਾਜਨੀਤਿਕ ਵੀ ਜਦੋਂ ਮੈਨੂੰ ਕੋਈ ਲੋੜ ਪੈਂਦੀ ਹੈ, ਜੇ ਬੁੰਗਾ ਸਾਹਿਬ ਨੂੰ ਲੋੜ ਪਵੇ ਕਿਸੇ ਰਾਜਨੀਤਿਕ ਕੰਮ ਦੀ, ਜਾਂ ਮੈਨੂੰ ਆਪਣੇ ਨਿੱਜੀ ਜੀਵਨ ਵਿੱਚ ਰਾਜਨੀਤਿਕ ਕਿਸੇ ਲੋੜ ਪੈਂਦੀ ਰਹਿੰਦੀ ਹੈ। ਸਾਡਾ ਸਮਾਜ ਜੁੜਿਆ ਰਾਜਨੀਤੀ ਨਾਲ, ਆਰਥਿਕ ਨਾਲ, ਸਮਾਜ ਨਾਲ, ਧਰਮ ਨਾਲ, ਪਰ ਧਰਮ ਮੇਰੇ ਵਾਸਤੇ ਸਿਰ ਦਾ ਤਾਜ ਹੈ।
ਸੰਸਥਾ ਨੂੰ ਮੈਂ ਕੋਈ ਵੀ ਸਟੈਂਪ ਨਹੀਂ ਲਾਉਣੀ ਚਾਹੁੰਦਾ। ਇਹ ਭਾਵਨਾਪ੍ਰੀਤ ਜੀ, ਮੈਂ ਦੇਖੋ ਸਭ ਤੋਂ ਹੀ ਮਾਫੀ ਮੰਗਦਾ। ਜਿਹੜੀ ਸੰਸਥਾ ਹੈ, ਸੰਸਥਾ ਨੂੰ ਮੈਂ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਸਟੈਂਪ ਨਹੀਂ ਲਾਉਣੀ ਚਾਹੁੰਦਾ। ਮੈਂ ਕਿਸੇ ਧੜੇ ਦੇ ਨਾਲ ਰਲਣਾ ਹੀ ਨਹੀਂ ਚਾਹੁੰਦਾ। ਮੈਨੂੰ ਧੜਾ ਉਹ ਪਸੰਦ ਹੈ ਜਿਹੜਾ ਅੱਜ ਮੈਦਾਨ ਦੇ ਵਿੱਚ ਲੋੜ ਹੈ। ਅੱਜ ਮੈਦਾਨ 'ਚ ਅੱਜ ਹਰਿਮੰਦਰ ਸਾਹਿਬ ਜੋ ਹੋਇਆ ਔਰ ਜਿਹੜਾ ਕੁਛ ਉੱਥੇ ਵਾਪਰਿਆ, ਉਹ ਗੁਰਮੁਖਾਂ ਨੇ ਤਾਂ ਪਰ ਜੋ ਕੀਤਾ ਠੀਕ ਹੈ, ਕਿਸੇ ਦੀ ਨਿੰਦਿਆ ਨਹੀਂ, ਪਰ ਲੋੜ ਹੈ ਉਸ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾ ਤਾਂ ਸਾਨੂੰ ਦੇਖੋ ਬਾਈਬਲ ਕਲਾਂ ਵਾਲੇ ਅੱਜ ਇਨਸਾਫ ਮਿਲਿਆ, ਉਹ ਤੋਂ ਇਲਾਵਾ ਹੋਰ ਕਿੰਨੇ ਕਾਂਡ ਹੋ ਗਏ ਬੇਅਦਬੀਆਂ ਦੇ। ਸਾਰੀਆਂ ਸੰਸਥਾਵਾਂ ਚੁੱਪ ਹੈ, ਸਾਰੇ ਧਾਰਮਿਕ ਸਥਾਨ ਚੁੱਪ ਹੈ, ਸਾਰੇ ਡੇਰੇ ਚੁੱਪ ਹੈ ਔਰ ਕੋਈ ਬੋਲਦਾ ਹੀ ਨਹੀਂ ਹੈ। ਕਿਸਾਨ ਦਾ ਮੁੱਦਾ ਚੱਕੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਚੱਕੇ ਕੋਈ ਵੀ, ਮੈਂ ਸੋਚਦਾ ਕਿਉਂਕਿ ਦਾਸ ਸੋਨੇ ਦੇ ਸਰੂਪ ਲਿਖ ਰਿਹਾ ਹੈ, ਸੋਨੇ ਦੇ ਸਰੂਪ, ਇਸ ਕਰਕੇ ਪੂਰਾ ਕਾਲਬੁੰਗਾ ਸਾਹਿਬ ਔਰ ਦਾਸ ਦੇ ਨਾਲ ਹੋਊਗਾ। ਕੋਈ ਆਵੇ ਅੱਜ ਮੈਦਾਨ ਵਿੱਚ ਨਿੱਤਰਨ ਦੀ ਲੋੜ ਆ। ਰਾਈਟ ਹੋ ਕੇ ਹੁਕਮ ਮਾਰਨੀ, ਲਿਫਟ ਹੋ ਕੇ ਹੁਕਮ ਮਾਰਨੀ, ਇਹ ਸਾਡਾ ਰਾਜਨੀਤਿਕ ਅੰਗ ਵੀ ਰਿਹਾ ਹੈ, ਧਾਰਮਿਕ ਅੰਗ ਵੀ ਹੈ ਔਰ ਵਕਤ ਵਿਚਾਰੇ ਸੁਬੰਦਾ ਹੋਏ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰਨੀਆਂ ਪੈਂਦੀਆਂ। ਪਰ ਅੱਜ ਮੈਦਾਨ ਵਿੱਚ ਸਰੇਆਮ ਡਾਂਗਾਂ ਚੱਲੀਆਂ, ਸਰੇਆਮ ਗੁੰਡਾਗਰਦੀ ਹੋਈ ਆ ਉਸ ਕੰਪਲੈਕਸ ਦੇ ਵਿੱਚ। ਮੈਂ ਸੋਚਦਾ ਸਰੇਆਮ ਹੀ ਕੋਈ ਚਿਹਰਾ ਆ ਜਾਵੇ, ਮੈਂ ਉਹਦੇ ਨਾਲ। ਹਾਂਜੀ ਬਾਬਾ ਜੀ, ਅੱਜ ਦਾ ਜੋ ਮਾਹੌਲ ਹੈ ਜੀ, ਇਸ ਮਾਹੌਲ ਵਿੱਚ ਹੁਣ ਤੁਸੀਂ ਇਕੱਲੇ ਲੜਾਈ ਲੜੋਗੇ ਕਿ ਤੁਸੀਂ ਕਿਸੇ ਸੰਸਥਾ ਦਾ ਸਾਥ ਚਾਹੁੰਦੇ ਆ? ਨਹੀਂ, ਕਦੇ ਇਕੱਲੇ ਜਿਹੜੀਆਂ ਧਾਰਮਿਕ ਲੜਾਈਆਂ ਹੁੰਦੀਆਂ ਨੇ ਨਾ, ਉਹ ਸਾਡੀ ਯੁੱਧ ਨੀਤੀ ਰਹੀ ਹੈ ਹਮੇਸ਼ਾ। ਇਕੱਲੇ ਲੜਾਈਆਂ ਲੜਨ ਦਾ ਪੰਥ ਲੜੇ। ਮੈਂ ਪੰਥ ਦਾ ਇੱਕ ਅੰਗ ਹਾਂ, ਮੈਂ ਪੰਥ ਦਾ ਇੱਕ ਬੱਚਾ। ਇਹ ਕਹਿ ਲਓ ਮੈਂ ਗੁਰੂ ਨਾਨਕ ਦੇ ਦਰ ਦਾ ਇੱਕ ਕੀੜਾ। ਇਹ ਕਹਿ ਲਓ ਲੱਖਾਂ ਵਾਰ ਜਨਮ ਲੈ ਕੇ ਮੈਂ ਗੁਰੂ ਨਾਨਕ ਦੇ ਦਰ ਦਾ ਕੁੱਤਾ ਵੀ ਨਹੀਂ ਬਣ ਸਕਦਾ। ਕੱਲੇ ਲੜਾਈ ਨਹੀਂ ਲੜੀ ਜਾਂਦੀ, ਕੱਲੇ ਸ਼ਹੀਦੀ ਪਾਈ ਜਾਂਦੀ ਆ ਔਰ ਉਹ ਵੀ ਫਿਰ ਮੈਦਾਨ ਵਿੱਚ ਨਿੱਤਰ ਕੇ। ਲੜਾਈਆਂ ਫੌਜਾਂ ਦੇ ਨਾਲ, ਜਰਨੈਲਾਂ ਨਾਲ ਲੜੀਆਂ ਜਾਂਦੀਆਂ ਔਰ ਨੀਤੀ ਨਾਲ ਲੜੀਆਂ ਜਾਂਦੀਆਂ। ਸਿੱਖ ਨੀਤੀ, ਕੋਈ ਸਿੱਖ ਨੀਤੀ ਲੈ ਕੇ ਗੁਰਮੁਖ ਨੂੰ ਮੈਂ ਕਿਸ ਨੂੰ ਅੱਜ ਵਿਹੜਾ ਖੁੱਲਾ ਪਿਆ, ਮੈਦਾਨ ਖੁੱਲਾ, ਐਸਾ ਚਿਹਰਾ ਹੋਵੇ ਜਿਹੜਾ ਨਾ ਰੁਕੇ, ਨਾ ਦੱਬੇ, ਨਾ ਵਿਕੇ, ਨਾ ਝੁਕੇ ਔਰ ਇੱਕ ਵਾਰ ਆ ਜਾਵੇ ਔਰ ਇਹ ਮੈਦਾਨ ਫਤਿਹ ਹੋਣਗੇ। ਭਾਵਨਾਪ੍ਰੀਤ ਜੀ, ਗੁਰੂ ਨਾਨਕ ਦੇ ਮੈਦਾਨ ਨੇ, ਇੱਥੇ ਵਿੱਚ ਖੜਨਾ ਹੁੰਦਾ ਹੈ, ਫਤਿਹ ਜਾਪੀਆਂ ਗੁਰੂ ਬਖਸ਼ਦਾ ਹੈ। ਪਰ ਜਿਹੜਾ ਕੁਛ ਹੋਇਆ ਹੈ ਉਹ ਬੜਾ ਮਾੜਾ ਹੋਇਆ, ਬੜਾ ਮਾੜਾ ਹੋਇਆ। ਔਰ ਕਿਸਾਨ ਦੀ ਗੱਲ ਵੀ ਅੱਜ ਨੀਤੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਦੋ ਚੀਜ਼ਾਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੇ ਕਿਸਾਨ। ਅੱਜ ਕਿਸਾਨ ਦੀ ਗੱਲ ਕਰਨੀ ਬਹੁਤ, ਮੈਂ ਕਿਸਾਨ ਦਾ ਪੁੱਤਰ ਹਾਂ, ਤੁਸੀਂ ਵੀ ਸਾਰੇ, ਭਾਵੇਂ ਪੁੱਤਰ ਹੋਵੇ ਨਾ ਹੋਵੇ, ਹੱਟੀਆਂ ਵਾਲੇ, ਭੱਠੀਆਂ ਵਾਲੇ, ਮੈਂ ਕਹਿੰਦਾ ਜੀ ਛੋਟੇ ਵੱਡੇ ਜਿਹੜੇ ਕੰਮ ਹੈ, ਕਿਸਾਨ, ਮਜ਼ਦੂਰ, ਵਪਾਰੀ, ਦੁਕਾਨਾਂ ਵਾਲੇ, ਆੜ੍ਹਤੀਏ, ਮੈਂ ਕਿਹਾ ਜੋ ਮਰਜ਼ੀ ਕਿਸਾਨ ਦੇ ਨਾਲ ਹੀ ਹੈ ਸਾਰਾ ਕੁਛ। ਸਿੱਖ ਨੀਤੀ ਦੇ ਵਿੱਚ ਕਿਸਾਨ ਦੇ ਮੁੱਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਦੇ ਨਾਲ ਖੜਨ ਵਾਲਾ ਕੋਈ ਗੁਰਮੁਖ ਹੈ, ਮੈਂ ਆਵਾਜ਼ ਮਾਰ ਰਿਹਾ, ਆਓ ਮੈਦਾਨ ਖੁੱਲ੍ਹਾ ਤੇ ਅੱਗੇ ਇਸ ਨੂੰ ਵਧਾਈਏ। ਇਹ ਭਾਵਨਾਪ੍ਰੀਤ ਜੀ, ਮੇਰੀ ਭਾਵਨਾ ਇਹੀ ਆ, ਤੁਹਾਡਾ ਨਾਮ ਵੀ ਭਾਵਨਾਪ੍ਰੀਤ ਹੈ। ਮੈਂ ਚਾਹੁੰਦਾ ਕੋਈ ਭਾਵਨਾ ਵਾਲੀ ਗੁਰਸਿੱਖ ਆਵੇ ਔਰ ਜਿਹੜੀ ਰਾਜਨੀਤੀ ਸਟੈਂਪ ਹੈ ਉੱਤੇ, ਦੇਖੋ ਬਰਗਾੜੀ ਮੋਰਚੇ 'ਚ ਰਹੇ, ਉਹਨਾਂ ਨੇ ਇੰਨਾ ਮਾਣ ਬਖਸ਼ਿਆ। ਜਿੱਥੇ ਜਿੱਥੇ ਮੀਟਿੰਗਾਂ ਹੁੰਦੀਆਂ ਸੀ, ਰਾਜਨੀਤਿਕ ਲੋਕਾਂ ਨਾਲ ਵੀ ਹੁੰਦੀਆਂ ਸੀ, ਸਾਰਿਆਂ ਨਾਲ ਹੁੰਦੀਆਂ ਸੀ। ਦਾਸ ਨੂੰ ਵਿੱਚ ਰੱਖਿਆ, 6 ਮਹੀਨੇ ਰਹੇ। ਕਾਰਨ ਕੀ ਬਣੇ ਸਾਰੇ ਦੁਨੀਆ ਜਾਣਦੀ ਹੈ ਮੋਰਚਿਆਂ ਦੇ, ਕਾਰਨ ਕੀ ਬਣੇ ਸਾਰੇ ਦੁਨੀਆ ਜਾਣਦੀ ਹੈ ਮੋਰਚਿਆਂ ਦੇ। ਜਦੋਂ ਮੋਰਚੇ ਤਾਰਪੀਟੋ ਹੁੰਦੇ ਨੇ, ਇਸ ਤਰੀਕੇ ਨਾਲ ਹੁੰਦੇ ਨੇ, ਮੋਰਚਿਆਂ ਦਾ ਨਾਮ ਬਦਨਾਮ ਹੁੰਦਾ ਔਰ ਸਭ ਖਰਾਬ ਹੁੰਦੀ ਹੈ ਦੁਨੀਆ। ਫਿਰ ਇਹ ਚਾਹੁੰਦੀ ਹੈ
ਵੀ ਜਦ ਇਹਨਾਂ ਨਾਲੋਂ ਇਹ ਨਹੀਂ ਪਤਾ ਕਦੋਂ ਇਹਨਾਂ ਲੀਡਰਾਂ ਨੇ ਪੈਰ ਖਿਸਕਾ ਲੈਣੇ ਪਿੱਛੇ ਨੂੰ, ਕੱਟ ਜਾਣਾ ਮਨਜ਼ੂਰ, ਇਹੋ ਜਿਹਾ ਕੋਈ ਗੁਰਮੁਖ ਹੋਵੇ, ਵੱਢ ਜਾਣਾ ਮਨਜ਼ੂਰ, ਸ਼ਹੀਦੀ ਮਨਜ਼ੂਰ, ਪਰ ਉਹ ਪੈਰ ਪਿੱਛੇ ਨਾ ਪਾਉਣ। ਔਰ ਇਹ ਜਿਹੜਾ ਸ਼੍ਰੋਮਣੀ ਕਮੇਟੀ ਨੇ ਜਿਹੜਾ ਲੌਂਗੋਵਾਲ ਸਾਹਿਬ ਨੇ ਇਹ ਕੰਮ ਕੀਤਾ, ਇਹਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹਦੀ ਸਜ਼ਾ ਬੜੀ ਬੁਰੀ ਭੁਗਤੀ ਹੈ। ਇੱਕ ਇਹ ਨਹੀਂ, ਬਾਦਲਾਂ ਦੀ ਘੜੇ ਦੇ ਵਿੱਚ ਜਿੰਨਾ ਕੁ ਊਣਾ ਸੀ ਨਾ ਘੜਾ ਪਾਪਾਂ ਦਾ, ਉਹ ਭਰ ਕੇ ਉੱਬਲ ਗਿਆ। ਕੰਮ ਉਹਨਾਂ ਨੇ ਕਰਵਾਇਆ। ਦੇਖੋ ਮੈਂ ਵਿੱਚ ਆ, ਮੈਂ ਗੁਪਤ ਤੌਰ ਤੇ ਮੀਟਿੰਗਾਂ ਕੀਤੀਆਂ ਨੇ, ਨਾਲ ਮੈਨੂੰ ਰੱਖਿਆ ਮੇਰੇ ਨਾਲ ਆਰਮੀ ਵਾਲੇ ਗੁਰਮੁਖ ਨੇ ਜਿਹੜੇ ਉੱਥੇ ਸੇਵਾ ਕਰਦੇ ਨੇ, ਅੰਦਰ ਇਸ਼ਨਾਨ ਦੀ ਸੇਵਾ ਵਾਲੇ ਗੁਰਮੁਖ ਵੀ ਮੇਰੀ ਇੱਜ਼ਤ ਕਰਦੇ ਆ, ਕਈ ਸਿੰਘ ਸਾਹਿਬਾਨ ਵੀ ਮੇਰੀ ਇੱਜ਼ਤ ਕਰਦੇ ਆ, ਔਰ ਸ਼੍ਰੋਮਣੀ ਕਮੇਟੀ 'ਚ ਚੰਗੇ ਬੰਦਿਆਂ ਨਾਲ ਵੀ ਮੇਰਾ ਪਿਆਰ ਹੈ। ਉਹਨਾਂ ਨੇ ਦੱਸਿਆ ਬਾਬਾ ਜੀ ਨੂੰ ਤੁਸੀਂ ਵਿੱਚ ਰੱਖੋ, ਔਰ ਇਹ ਜਿਹੜੇ ਬੈਠੇ ਨੇ ਇਹਨਾਂ ਦਾ, ਜਿਹੜੇ ਧਰਨੇ ਤੇ ਬੈਠੇ ਆ, ਇਹਨਾਂ ਦਾ ਜਿਹੜਾ ਸੁਨੇਹਾ ਗਲਤ ਜਾ ਰਿਹਾ ਹੈ। ਜਿਹੜੇ ਗਿਆਨੀ ਹਰਪਾਲ ਸਿੰਘ ਜੀ ਨੇ ਬਹੁਤ ਸੂਝਵਾਨ ਫਤਿਹਗੜ੍ਹ ਸਾਹਿਬ ਵਾਲੇ, ਉਹਨਾਂ ਨੇ ਉਪਰਾਲਾ ਕੀਤਾ, ਇਕੱਠੇ ਕੀਤੇ ਸਾਰੇ, ਪਰ ਜਿਹੜੇ ਪ੍ਰਧਾਨ ਲੌਂਗੋਵਾਲ ਸਾਹਿਬ ਨੇ ਇਹਨਾਂ ਨੂੰ ਬੇਨਤੀ ਕੀਤੀ ਸੀ ਇਹਨਾਂ ਨੂੰ ਸਹੀ ਕਰ ਲਓ, ਸਹੀ, ਪਰ ਉਹਨਾਂ ਨੇ ਆਪਣਾ ਲੋਡ ਨਹੀਂ ਲਿਆ, ਆਪਣੀ ਜ਼ਿੰਮੇਵਾਰੀ ਇਹਨਾਂ ਲੋਡ ਚੱਕ ਨਹੀਂ ਸਕੇ। ਉਹ ਲੋਡ ਜਿਹੜੇ ਉਹਦੇ ਮਗਰ ਬੈਠੇ ਨੇ ਉਹੀ ਚੱਕਦੇ ਨੇ, ਉਹਨਾਂ ਦਾ ਪਹਿਲਾਂ ਹੀ ਪਤਾ ਹੈ ਉਹ ਕੀ ਕਰਦੇ ਨੇ। ਉਹਨਾਂ ਨੇ ਇੱਥੇ ਜਦੋਂ ਨੂਰ ਮਹਿਲੀ ਦਾ ਲੁਧਿਆਣੇ ਦਾ ਹੈਗਾ ਸੀਗਾ ਸਮਾਗਮ ਰੱਦ ਨਹੀਂ ਕੀਤਾ, ਗੋਲੀ ਚਲਾਤੀ, ਕਮਲਜੀਤ ਸਿੰਘ ਸ਼ਹੀਦ ਹੋ ਗਿਆ ਸੀ ਲੋਹਾਰਾਂ ਵਾਲਾ, ਨਹੀਂ ਇੱਕ ਲੋਹਾਰਾਂ ਵਾਲਾ ਗੁਰਮੁਖ ਹੋਇਆ ਸੀ ਇੱਥੇ ਸ਼ਹੀਦ। ਇੱਕ ਵਾਰੀ ਕਮਲਜੀਤ ਸਿੰਘ ਤੇ ਗੋਲੀ ਲੱਗੀ ਸੀ, ਜਸਪਾਲ ਸਿੰਘ ਚੌੜ ਸਿੱਧਵਾਂ ਦੇ ਗੋਲੀ ਲੱਗੀ ਸੀ, ਬਰਗਾੜੀ ਸ਼ਹੀਦ ਹੋਏ। ਇਹਨਾਂ ਦੇ ਰਾਜ ਵਿੱਚ ਕਿੰਨੀਆਂ ਗੋਲੀਆਂ ਚੱਲੀਆਂ, ਕਿੰਨੀਆਂ ਡਾਂਗਾ ਪੰਥ ਨੇ ਖਾਧੀਆਂ। ਇਹ ਸਮਝਦੇ ਸੀ ਪੰਥ ਕਮਲ ਹੈ, ਕਮਲਾ ਨਹੀਂ ਸੀ, ਇਹਨਾਂ ਦੀ ਇੱਜ਼ਤ ਕਰਦਾ ਸੀ। ਇਹਨੂੰ ਅੱਜ ਅਕਲ ਆ ਜੇ ਕੱਲ ਆ ਜੇ। 5 ਵਾਰ ਕਿੰਨੇ ਵਾਰੀ ਮੁੱਖ ਮੰਤਰੀ ਬਣਿਆ, ਧਰਮ ਦੇ ਪ੍ਰਚਾਰ ਬਾਰੇ ਕੀ ਕੀਤਾ, ਰਹਿਤ ਬਾਰੇ ਕੀ ਕੀਤਾ, ਗੁਰਬਾਣੀ ਦੇ ਪ੍ਰਚਾਰ ਬਾਰੇ ਕੀ ਕੀਤਾ, ਕਾਂਤੀ ਸਾਜ਼ਾਂ ਬਾਰੇ ਕੀ ਕੀਤਾ। ਔਰ ਕੋਈ ਇਹੋ ਜਿਹੇ ਫਿਲਾਸਫਰ, ਇਹੋ ਜਿਹੇ ਵੱਡੇ ਕਾਲਜ ਖੋਲੇ ਜਿੱਥੇ ਬਹੁਤ ਵੱਡੀ ਧਰਮ ਦੀ ਸਿੱਖਿਆ ਮਿਲਦੀ ਸੀ। ਉਲਟਾ ਕੀ ਹੋਇਆ? ਉਲਟਾ ਹੋਇਆ ਇਹਦੀ ਜਿਹੜੀ ਭਾਈਵਾਲ ਸੀਗੀ ਬੀਜੇਪੀ, ਉਹਨਾਂ ਨੇ ਸਾਡਾ ਇਤਿਹਾਸ ਵਿਗਾੜਿਆ। ਇਹਨੇ ਕੀ ਦਿੱਤਾ? ਪੰਥ ਨੂੰ ਉਹਨਾਂ ਮੁਗਲਾਂ ਨੇ ਪਿੱਛੇ ਨਹੀਂ ਲੈ ਕੇ ਗਏ ਜਿੰਨੇ ਇਹ ਪਰਿਵਾਰ ਪਿੱਛੇ ਲੈ ਗਿਆ। ਭਾਵਨਾਪ੍ਰੀਤ ਜੀ, ਮੈਂ ਰਾਜਨੀਤਿਕ ਨਹੀਂ ਹਾਂ, ਮੈਂ ਇਕੱਲਾ ਨਹੀਂ ਬੋਲਦਾ, ਤੁਸੀਂ ਕਿਸੇ ਬੱਚੇ ਨੂੰ ਛੇੜ ਲਿਓ। ਸਿਰਫ ਇਹਨਾਂ ਦੇ ਜਿਹੜੇ ਭਗਤ ਨੇ ਉਹ ਵੀ ਲਾਲਚ ਵਸ ਹੋਏ ਜਿਨ੍ਹਾਂ ਨੂੰ ਕਿਸੇ ਟੁੱਕੜ ਬੋਚ ਜਿਹੜੇ ਲੋਕ ਨੇ ਨਾ, ਚੱਪਲ ਚੱਟ, ਕੌਲੀ ਚੱਟ, ਇਹ ਮੇਰੇ ਤੋਂ ਨਾ ਸ਼ਬਦ ਬੋਲੇ ਜਾ ਰਹੇ ਨੇ। ਮੈਂ ਧਾਰਮਿਕ ਬੰਦਾ ਭਾਵੇਂ ਹਾਂ, ਪਰ ਹੁਣ ਮੇਰੇ ਕੋਲ ਹੋਰ ਲਫ਼ਜ਼ ਹੀ ਤੂੰ ਗੰਦੇ ਨੇ, ਮੈਂ ਉਹ ਬੋਲਦਾ ਨਹੀਂ। ਉਹ ਲੋਕ ਜਿਹੜੇ ਅੱਜ ਵੀ ਕਿਸਾਨਾਂ ਦੇ ਧਰਨਿਆਂ ਨੂੰ ਛੱਡ ਕੇ ਇਹਨਾਂ ਦੀਆਂ ਰੈਲੀਆਂ ਵਿੱਚ ਜਾਂਦੇ ਨੇ, ਕਿਸੇ ਨੂੰ ਟਿਕਟ ਦੀ ਲੋੜ ਹੈ, ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਨੂੰ ਕਿਸੇ ਚੀਜ਼ ਦੀ। ਰਾਜਨੀਤਿਕ ਪਾਰਟੀਆਂ ਨਹੀਂ ਮਾੜੀਆਂ, ਰਾਜਨੀਤਿਕ ਲੋਕ ਨਹੀਂ ਮਾੜੇ। ਹੁਣ ਢੀਂਡਸਾ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਵਿਧੀ ਸਾਹਿਬ ਉੱਧਰ ਚਲੇ ਗਏ, ਉਹਨਾਂ ਨੂੰ ਪਦਮ ਭੂਸ਼ਣ ਨਾਲ ਵੀ ਨਵਾਜਿਆ। ਔਰ ਮੈਂ ਇਹਨਾਂ ਦੇ ਮਾੜੇ ਕੰਮ ਨਹੀਂ ਲੈਂਦਾ, ਚੰਗੇ ਕੰਮ ਲੈਂਦੇ ਆ। ਪੋਜ਼ਿਟਿਵ ਰਹਿਣਾ ਚਾਹੀਦਾ ਸਾਰਿਆਂ ਨੂੰ, ਮਾੜੇ ਨਹੀਂ ਕਹਿਣਾ ਚਾਹੀਦਾ। ਪਰ ਮੈਨੂੰ ਇਹਨਾਂ ਦਾ ਬਾਦਲ ਹੋਰੀਆਂ ਦਾ ਚੰਗਾ ਕੰਮ ਗਿਣਿਆਓ। ਪਰ ਇਹ ਜਿਹੜੇ ਰਾਜਨੀਤਿਕ ਪਾਰਟੀਆਂ ਹੁਣ ਇਹਨਾਂ ਤੋਂ ਵਿਛੜੀਆਂ ਨੇ, ਹੁਣ ਤੋੜ ਵਿਛੋੜ ਕੀਤੀ ਆ, ਇਹਨਾਂ ਨਾਲ ਮੇਰਾ ਰੋਸ ਵੀ ਹੈ। ਇੱਕ ਜਦੋਂ ਇਹ ਗਲਤ ਕਰਦੇ ਸੀ ਤੁਸੀਂ ਉਦੋਂ ਇਹਨਾਂ ਨੂੰ ਛੱਡ ਦਿੰਦੇ। ਤੁਹਾਡੇ ਵਿੱਚ ਏਡੀ ਤਾਕਤ ਬਖਸ਼ੀ ਸੀ ਰੱਬ ਨੇ, ਤੁਸੀਂ ਤੁਹਾਡਾ ਏਡਾ ਚਿਹਰਾ ਬਖਸ਼ਿਆ ਰੱਬ ਨੇ, ਤੁਹਾਨੂੰ ਲੋਕਾਂ ਦਾ ਸਾਥ ਬਖਸ਼ਿਆ ਰੱਬ ਨੇ, ਤੁਹਾਨੂੰ ਪਿਆਰ ਦਿੱਤਾ ਰੱਬ ਨੇ। ਮੈਂ ਭਾਵੇਂ ਬਡਾਲਾ ਸਾਹਿਬ ਹੈ, ਆਪਣੇ ਅੰਮ੍ਰਿਤਸਰ ਵਾਲੇ ਜਿੰਨੇ ਯੋਧੇ ਨੇ ਮਾਝੇ ਦੇ, ਜਿਹੜੇ ਹੁਣ ਇਹਨਾਂ ਨੂੰ ਟੁੱਟੇ ਨੇ, ਯਾਰ ਹੁਣ ਟੁੱਟਣ ਦਾ ਕੀ ਫਾਇਦਾ? ਉਹਦਾ ਬਰਗਾੜੀ ਮੋਰਚੇ ਨੇ ਤੋੜਿਆ ਕੰਮ, ਉਹ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੀਤੀ ਨਰਾਦਰੀ ਨੇ ਤੋੜਿਆ। ਜਿਵੇਂ ਹੁਣ ਇਹਦੀਆਂ ਜੜਾਂ ਪੱਟੀਆਂ ਜਾਣੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ, ਹੁਣ ਚੰਗੇ ਬੰਦੇ ਵੀ ਇਹਦੇ ਵਿੱਚ ਆ। ਰਾਜਨੀਤਿਕ ਬਾਦਲ ਨਾਲ ਬੜੇ ਧਾਰਮੀ ਤੇ ਚੰਗੇ ਬੰਦੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਪਾਰਟੀ ਖੜੀ ਕੀਤੀ। ਔਰ ਉਹ ਬਾਬਾ ਟੇਕ ਸਿੰਘ ਜੀ ਵਰਗੇ ਦੇਖੋ ਉੱਥੇ ਬੈਠੇ ਹੈ ਧਨੌਲੇ, ਜਿਨ੍ਹਾਂ ਨੇ ਹੋਰ ਬਹੁਤ ਬਾਬੇ ਬੜੇ ਬੜੇ ਬੋਰਡ ਬੈਠੇ ਹੈ, ਜਿਨ੍ਹਾਂ ਨੇ
ਅਕਾਲੀ ਦਲ ਦੀਆਂ ਜੜਾਂ ਦੇ ਵਿੱਚ ਪਾਣੀ ਨਹੀਂ ਖੂਨ ਪਾਇਆ, ਬੂਟਾ ਵੱਡਾ ਕੀਤਾ, ਉਹਦਾ ਨਜਾਇਜ਼ ਫਾਇਦਾ ਲਿਆ ਇਹ ਬਾਦਲ ਪਰਿਵਾਰ ਨੇ, ਹੈਨਾ। ਲੈ ਲਓ ਫਾਇਦਾ, ਇੰਨਾ ਤਾਂ ਧਿਆਨ ਰੱਖੋ ਜਿਸ ਧਰਮ ਦੇ ਨਾਂ ਤੇ ਤੁਸੀਂ ਧਰਮ ਦੇ ਬੂਟੇ ਦੀ ਛਾਂ ਮਾਣ ਰਹੇ ਹੋ, ਉਹਦੀਆਂ ਸੁਗੰਧੀਆਂ ਫੁੱਲਾਂ ਦੀਆਂ ਮਾਣ ਰਹੇ ਹੋ, ਉਹਦੇ ਫਲਾਂ ਦਾ ਤੁਸੀਂ ਸਵਾਦ ਮਾਣ ਰਹੇ ਹੋ, ਠੰਡੀਆਂ ਛਾਵਾਂ ਤੁਹਾਡੇ ਰਿਸ਼ਤੇਦਾਰ ਵੀ ਮਾਣਦੇ ਨੇ ਸਾਰੇ, ਤੁਸੀਂ ਉਹ ਬੂਟੇ ਦੀਆਂ ਜੜ੍ਹਾਂ ਵਿੱਚ ਤੇਲ ਕਾਹਤੋਂ ਪਾਉਣੇ ਹੋ? ਸੁੱਕੇ ਕੌਣ ਮਰੂ ਫਿਰ ਤੁਸੀਂ, ਭੁੱਖੇ ਕੌਣ ਮਰੂ ਫਿਰ ਤੁਸੀਂ? ਆਪਣੇ ਬੂਟੇ ਨੂੰ ਆਪ ਨਹੀਂ ਪੱਟਣਾ ਚਾਹੀਦਾ। ਇਹ ਗੱਲ ਹੋਈ ਹੈ ਇਸ ਅਕਾਲੀ ਦਲ ਦੇ ਨਾਲ। 100 ਸਾਲ ਦੇ ਵਿੱਚ ਕੀ ਹੋ ਗਿਆ? ਮੇਰੇ ਵਰਗੇ ਨਿਰੋਲ ਧਰਮੀ ਲੋਕ ਵੀ ਇਸ ਚੀਜ਼ ਦੀ ਨਿੰਦਿਆ ਕਰਦੇ ਆ, ਚੀਜ਼ ਨੂੰ ਮਾੜਾ ਕਹਿੰਦੇ ਆ। ਬਾਦਲ ਪਰਿਵਾਰ ਨਾਲ ਜਾਤੀ ਮੇਰਾ ਕੋਈ ਹੈ ਹੀ ਨਹੀਂ, ਕਦੇ ਨਹੀਂ। ਮੇਰੇ ਹੁਣ ਪੁਰਖੇ ਅਕਾਲੀ ਰਹੇ ਨੇ, ਮੇਰੇ ਫਾਦਰ ਨਹੀਂ, ਮੇਰਾ ਦਾਦਾ, ਸਾਡਾ ਨਗਰ ਕਈ ਕੱਟੜ ਅਕਾਲੀ ਰਹੇ ਨੇ, ਸਾਡਾ ਹੈ ਹੀ ਨਹੀਂ ਕੋਈ ਇਹਨਾਂ ਨਾਲ। ਪਰ ਜੋ ਚੀਜ਼ ਮਾੜੀ ਆ ਭਾਵਨਾ ਪ੍ਰੀਤ ਜੀ, ਮਾੜੀ ਆ, ਔਰ ਜਿਹਨੂੰ ਜਿਹੜੀ ਨਹੀਂ, ਦੇਖੋ ਮੈਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਮਾਣ ਕਰਦੇ ਹਾਂ। ਸੱਚੇ ਪਾਤਸ਼ਾਹ ਮਿਹਰ ਰੱਖਣ। ਰਾਜਨੀਤਿਕ ਲੋਕਾਂ ਦੀ ਵੀ ਲੋੜ ਹੈ। ਹੁਣ ਸਾਰੇ ਮੇਰੇ ਵਾਂਗੂ ਮਾਲਾ ਫੇਰੀ ਜਾਣ, ਉਹ ਵੀ ਨਹੀਂ, ਗੁਰੂ ਨੇ ਸਭ ਨੂੰ ਬਣਾਇਆ। ਰਾਜਨੀਤਿਕ ਲੋਕ ਵੀ ਗੁਰੂ ਨੇ ਬਣਾਏ ਹੈ, ਧਾਰਮਿਕ, ਆਰਥਿਕ, ਸਮਾਜਿਕ, ਜਦੋਂ ਤੋਂ ਦੁਨੀਆ ਚੱਲਦੀ ਆਈ ਚੱਲਦੇ ਰਹੇ। ਸਾਡਾ ਹੱਕ ਨਹੀਂ ਕਿਸੇ ਨੂੰ ਮਾੜਾ ਕਹਿਣਾ, ਪਰ ਮਾੜੇ ਨੂੰ ਮਾੜਾ ਜਿਹਨੇ ਕੌਮ ਨੂੰ ਧੋਖਾ ਦਿੱਤਾ ਹੋਵੇ, ਕੌਮ ਦੀ ਬੇੜੀਆਂ 'ਚ ਵੱਟੇ ਪਾਏ ਹੋਣ, ਕੌਮ ਦੀਆਂ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ, ਦੇਸਾਂ ਵਿਦੇਸਾਂ ਦੀਆਂ ਕੌਮ ਦੀਆਂ ਬੇੜੀਆਂ 'ਚ ਵੱਟੇ ਕੋਈ ਨਹੀਂ ਪਾ ਸਕਦਾ, ਆਪਣੀਆਂ ਬੇੜੀਆਂ ਦੇ ਵਿੱਚ ਵੱਟੇ ਪੈ ਜਾਂਦੇ ਨੇ। ਕੌਮ ਅੱਜ ਵੀ ਚੜ੍ਹਦੀ ਕਲਾ ਹੈ, ਕੱਲ੍ਹ ਵੀ ਚੜ੍ਹਦੀ ਕਲਾ 'ਚ ਰਹਿਣੀ ਹੈ, ਔਰ ਸਦਾ ਹੀ ਚੜ੍ਹਦੀ ਕਲਾ। ਕਿਉਂ? ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟੇ ਖਾਲਸਾ ਪਰਮਾਤਮਾ ਕੀ ਮੌਜ। ਅਸੀਂ ਆਪਣੇ ਅੰਦਰ ਝਾਤੀ ਮਾਰੀਏ, ਅਸੀਂ ਚੜ੍ਹਦੀ ਕਲਾ 'ਚ, ਜੇ ਮੈਂ ਚੜ੍ਹਦੀ ਕਲਾ 'ਚ, ਸਾਰੀ ਦੁਨੀਆ ਚੜ੍ਹਦੀ ਕਲਾ 'ਚ ਹੈ। ਸਾਡਾ ਸਤਿਗੁਰ ਹੈ, ਉਹ ਪ੍ਰਗਟ ਗੁਰਾਂ ਕੀ ਦੇਹ ਹੈ, ਉਹ ਪ੍ਰਤੱਖ ਗੁਰੂ ਹੈ। ਤੇ ਸਾਨੂੰ ਤਾਂ ਕਿਸੇ ਲੀਡਰ ਦੀ ਲੋੜ ਹੀ ਨਹੀਂ, ਜਿੰਨਾ ਚਿਰ ਸਾਡੇ ਗੁਰੂ ਨੇ ਕਦੇ ਨਹੀਂ ਕਹਿਣਾ ਚਾਹੀਦਾ ਅਸੀਂ ਲੀਡਰਲੈਸ ਹੈ। ਸਾਡੀ ਅਗਵਾਈ, ਪੂਰੇ ਸੰਸਾਰ ਦੀ ਅਗਵਾਈ ਸਤਿਗੁਰੂ ਕਰ ਰਹੇ ਨੇ। ਇਹਨਾਂ ਦੀਆਂ ਜੜ੍ਹਾਂ ਤਾਂ ਪੱਟੀਆਂ ਜਾਣੀਆਂ। ਇਹਨਾਂ ਨੇ ਉਸੇ ਗੁਰੂ ਨੂੰ ਵਪਾਰ ਬਣਾ ਲਿਆ, ਪਿਆਰ ਨਹੀਂ ਕੀਤਾ, ਵਪਾਰ ਬਣਾ ਲਿਆ। ਨਿਰੰਕਾਰ ਨਹੀਂ ਸਮਝਿਆ, ਵਪਾਰ ਸਮਝਿਆ। ਵਪਾਰੀ ਨੂੰ ਘਾਟਾ ਵੀ ਹੋਇਆ ਕਰਦਾ ਹੈ, ਵਪਾਰੀ ਨੂੰ ਵਾਧਾ ਵੀ। ਵਾਧੇ ਇਹਨਾਂ ਨੇ ਬੜੇ ਕਰ ਲਏ। ਹੁਣ ਚੱਕੀ ਦੇ ਵਿੱਚ ਆਟਾ ਜਿਹੜਾ ਪਿਸ ਰਿਹਾ, ਮੇਰੇ ਖਿਆਲ ਨਾਲ ਘਾਟੇ ਵਾਲਾ। ਇਹਦੇ ਵਿੱਚ ਕਿਹੜੇ ਕਿਹੜੇ ਘਾਟਾ ਖਾ ਜਾਣਗੇ। ਆਹ ਲੌਂਗੋਵਾਲ ਸਾਹਿਬ ਨੂੰ ਮੈਂ ਕਿੰਨੇ ਦਿਨ ਹੋ ਗਏ, 1 ਮਹੀਨਾ 'ਚ ਮੈਂ ਤੋਂ ਯੂਕੇ ਤੋਂ ਆਇਆ, ਇੱਕ ਦੂਜੇ ਨੂੰ ਫੋਨ ਕਰਦੇ, ਔਰ ਮੈਂ ਘਰ ਮਿਲਿਆ, ਇਹੀ ਗੱਲ ਕਹਿੰਦਾ ਸੀ, ਮੇਰਾ ਨਿੱਜੀ ਨਹੀਂ ਉਹਦੇ ਨਾਲ ਕੋਈ ਰਿਸ਼ਤਾ, ਸਾਊ ਲੱਗਦੇ ਆ, ਪਿਆਰ ਵਾਲੇ ਲੱਗਦੇ ਆ। ਮੈਂ ਇਹੀ ਗੱਲ ਕਹਿੰਦਾ ਸੀ, ਤੁਸੀਂ ਧੋਖਾ ਖਾ ਜਾਣਾ, ਤੁਹਾਡੀ ਜ਼ਿੰਮੇਵਾਰੀ ਹੈ। ਆਹ ਕੰਮ ਨਾ ਕਰ ਦਿਓ। ਬਰਗਾੜੀ ਵੀ ਉਹੀ ਕੀਤਾ। ਪਹਿਲਾਂ ਜਦੋਂ ਬਾਈਬਲ ਕਲਾਂ ਕਾਂਡ ਹੋਇਆ, ਉੱਥੇ ਫਿਰੋਜ਼ਪੁਰ, ਆਪਾਂ ਕਿੱਥੇ ਬੈਠੇ ਸੀ, ਫਰੀਦਕੋਟ, ਕੋਟ ਕਪੂਰੇ ਬੈਠੇ ਸੀ ਆਪਾਂ, ਚੌਂਕ ਦੇ ਵਿੱਚ ਕੋਟ ਕਪੂਰੇ ਬੈਠੇ ਸੀ। ਭਾਵਨਾ ਪ੍ਰੀਤ ਤੁਸੀਂ ਸਾਰੇ ਨਾਲ ਹੀ ਹੁੰਦੇ ਸੀ। ਔਰ ਜਦੋਂ ਮੋਰਚਾ ਲੱਗਿਆ, ਮੈਂ ਨਿਤਨੇਮ ਦੇ ਵਿੱਚ ਜਦੋਂ ਉੱਠ ਕੇ ਆਇਆ ਉੱਥੋਂ ਕੋਟ ਕਪੂਰੇ, ਇਹਨਾਂ ਨੇ ਕੋਟ ਕਪੂਰੇ ਵੀ ਉਹੀ ਗਲਤੀ ਕੀਤੀ ਸੀ ਜੋ ਰਾਜਨੀਤਿਕ ਲੋਕ ਨਸ਼ੇ 'ਚ ਕਰਦੇ ਆ। ਬਾਦਲ ਨੂੰ ਲੋਕ ਕਹਿੰਦੇ ਆ, ਕਹਿੰਦੇ ਬਹੁਤ ਵੱਡਾ ਰਾਜਨੀਤਿਕ, ਮੈਂ ਸਵਾਹ ਨਹੀਂ ਹੈਗਾ ਉਹ, ਜਿਹੜਾ ਆਪਣੇ ਗੁਰੂ ਦਾ ਨਹੀਂ ਬਣਿਆ, ਪੰਥ ਦਾ ਨਹੀਂ ਬਣਿਆ, ਜਿਹਨੇ ਪੰਥ ਦਾ ਭਲਾ ਨਹੀਂ ਸੋਚਿਆ, ਸਵਾਹ ਨਹੀਂ ਉਹ ਹੁੰਦਾ ਬੰਦਾ। ਦੁਰਫਿੱਟੇ ਮੂੰਹ ਹੈ ਜੇ ਰਾਜਨੀਤਿਕ ਦੇ, ਜਿਹੜਾ ਕਹੇ ਅਣਪਛਾਤੀ ਪੁਲਿਸ ਹੈ, ਦੁਰਫਿੱਟੇ ਮੂੰਹ ਹੈ ਜੇ ਮੁੱਖ ਮੰਤਰੀ ਦੇ, ਜਿਹੜਾ ਆਪਣੇ ਹੀ ਸਿੱਖਾਂ ਦੇ ਉੱਤੇ। ਅਸਲ ਪਤਾ ਕੀ ਹੈ ਭਾਵਨਾ ਪ੍ਰੀਤ ਜੀ, ਜਦੋਂ ਕੋਈ ਧਰਮੀ ਪੁਰਸ਼ ਆਵਾਜ਼ ਉਠਾਉਂਦਾ ਹੈ, ਜਦੋਂ ਕਾਂਗਰਸ ਦਾ ਰਾਜ ਹੁੰਦਾ ਹੈ, ਉਹ ਕਹਿੰਦਾ ਇਹ ਅਕਾਲੀ ਹੈ, ਅਕਾਲੀ ਨੂੰ ਮਾਰੋ ਗੋਲੀ, ਮਾਰੋ ਗੋਲੀ। ਉਹ ਹੁੰਦਾ ਧਰਮੀ ਹੈ, ਨਾ ਉਹ ਅਕਾਲੀ ਹੁੰਦਾ ਹੈ, ਨਾ ਉਹ ਕਾਂਗਰਸੀ। ਜਦੋਂ ਅਕਾਲੀਆਂ ਦਾ ਰਾਜ ਹੁੰਦਾ ਹੈ, ਧਰਮੀ ਪੁਰਸ਼ ਕੋਈ ਆਵਾਜ਼ ਉਠਾਉਂਦਾ ਹੈ, ਕਾਂਗਰਸੀ ਕਹਿੰਦੇ ਮਾਰੋ ਗੋਲੀ, ਮਾਰੋ ਗੋਲੀ, ਇਹ ਕਾਂਗਰਸੀ ਹੈ। ਅਕਾਲੀ ਕਹਿੰਦੇ ਇਹ ਕਾਂਗਰਸੀ ਹੈ, ਕਾਂਗਰਸੀ ਕਹਿੰਦੇ ਅਕਾਲੀ ਹੈ। ਇਹ ਗੱਲ ਸਾਡੇ ਬਾਬਾ ਬੋੜ ਸੰਤ ਜਰਨੈਲ ਸਿੰਘ ਤੇ ਵੀ ਆਈ। ਅਕਾਲੀਆਂ ਨੇ ਕਿਹਾ ਇਹ ਕਾਂਗਰਸੀ ਹੈ, ਕਾਂਗਰਸੀਆਂ ਨੇ ਕਿਹਾ ਅਕਾਲੀ ਹੈ। ਉਹ ਕਹਿੰਦਾ ਮੇਰਾ ਧੜਾ ਹੀ ਕੋਈ ਨਹੀਂ, ਮੇਰਾ ਧੜਾ ਗੁਰੂ ਗ੍ਰੰਥ ਸਾਹਿਬ ਹੈ ਔਰ ਸੰਗਤ ਹੈ।
ਇਹਨਾਂ ਦੇ ਕੋਲ ਇਹ ਬੜੀ ਇੱਕ ਝੂਠੀ ਗੇਮ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਭਾਵਨਾ ਪ੍ਰੀਤ ਜੀ, ਗੱਲਾਂ ਤੋਂ ਗੱਲਾਂ ਨਿਕਲੀ ਜਾਂਦੀਆਂ ਨੇ। ਲਾਲ ਨਾ ਲਾਲ, ਲਾਲ ਹੀਰਿਆਂ 'ਚ ਪਿਆ ਹੋਵੇ, ਗੰਧ 'ਚ ਪਿਆ ਹੋਵੇ, ਉਹ ਲਾਲ ਹੈ। ਹਾਂਜੀ ਰੂੜੀਆਂ ਤੇ ਪਿਆ ਵੀ ਲਾਲ ਲਾਲ ਹੀ ਹੈ, ਹੀਰਾ ਹੀਰੀ ਹੈ। ਚੱਲਦੇ ਹੋਏ ਦੁਨੀਆ ਤੇ ਕੁਛ ਗਰਦਾ ਮਿੱਟੀ ਲੱਗ ਜਾਂਦੀ ਹੈ, ਸੁਭਾਵਿਕ ਹੈ। ਉਂਗਲਾਂ ਉੱਠ ਜਾਂਦੀਆਂ ਨੇ। ਮੈਂ ਪੰਥ ਨੂੰ ਪੂਰੇ ਪੰਥ ਨੂੰ ਇੱਕ ਬੇਨਤੀ ਕਰਦਾ, ਇੱਕ ਤਾਂ ਰਾਜਨੀਤਿਕ ਧੜਿਆਂ ਦੀ ਜਿਹੜੀ ਅੰਨੀ ਸਾਡੀ ਸਰਦਾ ਉਹ ਲਾ ਦੇਣ, ਅੰਨੇ ਭਗਤ ਨਾ ਬਣਨ ਕਿਸੇ ਦੇ ਵੀ। ਜਦੋਂ ਤੁਹਾਡੇ ਲੀਡਰ ਕੋਈ ਧਰਮੀ ਅੱਗੇ ਲੱਗਦੇ ਆ, ਉਹਨਾਂ ਨੂੰ ਪਛਾਣਨਾ ਚਾਹੀਦਾ ਹੈ। ਬੜੇ ਚਿਰਾਂ ਬਾਅਦ ਧਰਮੀ ਕੋਈ ਲੀਡਰ ਮਿਲਿਆ ਸੀ, ਅਸੀਂ ਗੱਲ ਨਹੀਂ ਸੁਣੀ। ਮਰਿਆਂ ਤੋਂ ਬਾਅਦ ਅਸੀਂ ਬੜੇ ਉਹਨਾਂ ਦੇ ਅਖੰਡ ਪਾਠ ਕਰਾਉਣੇ ਆ, ਬਰਸੀਆਂ ਕਰਾਉਣੇ ਆ, ਲੜੀਆਂ ਲਾਉਣੇ ਆ, ਲੰਗਰ ਲਾਉਣੇ ਆ, ਫੋਟੋਆਂ ਲਾਉਣੇ ਆ, ਗਲਾਂ 'ਚ ਲੋਕਟ ਪਾਉਣੇ ਆ, ਬਰੇਨਾਂ ਤੇ ਫੋਟੋਆਂ ਲਾਉਣੇ ਆ। ਅੱਜ ਕਿੰਨੇ ਧਰਮੀ ਲੋਕ ਨੇ ਜਿਨ੍ਹਾਂ ਦੇ ਚੁੱਲ੍ਹਿਆਂ 'ਚ ਘਾਹ ਉੱਗ ਗਿਆ ਸੀ, ਕਿੰਨਾ ਕੁ ਸਤਿਕਾਰ ਕੀਤਾ। ਬਾਹਰੋਂ ਆਈ ਮਾਇਆ ਸਾਰੀ ਹੜੱਪ ਗਏ ਉਹ ਗਰੀਬ ਦੇ ਗਰੀਬ। ਉਹਨਾਂ ਦੇ ਨਲਕਾ ਵੀ ਨਹੀਂ ਹੈ, ਘਰਾਂ ਦੇ ਵਿੱਚ ਪਾਣੀ ਲੈਣ ਨੂੰ ਗੁਆਂਢੀਆਂ ਤੋਂ ਪਾਣੀ ਲੈ ਕੇ ਆਉਂਦੇ ਆ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਉਹ ਧੂਰਕੋਟ ਵਾਲੇ ਗੁਰਸੇਵਕ ਸਿੰਘ ਹੋਰੀ, ਨਿਰਮਲ ਸਿੰਘ ਖਲੜੀਆਂ, ਹੋਰ ਬਹੁਤ ਗੁਰਮੁਖ ਨੇ। ਕੌਮ ਨੇ ਕਿੰਨਾ ਕੁ ਉਹਨਾਂ ਦਾ ਕੀਤਾ ਸਤਿਕਾਰ, ਮਾਣ ਕੀਤਾ, ਕਿੰਨਾ ਕੁ ਮਦਦ ਕੀਤੀ। ਸਾਡੀ ਤਰਾਸਦੀ ਹੈ ਕੌਮ ਦੀ। ਇਹ ਮੈਂ ਤੁਹਾਨੂੰ ਦੱਸਾਂ ਗੱਲ, ਸਾਡੇ ਵਿੱਚ ਜਿਹੜਾ ਅਣਖਾ, ਜਿਹੜੇ ਬੰਦੇ 'ਚ ਅਣਖਾ ਹੋਵੇ, ਜਜ਼ਬਾ ਹੋਵੇ, ਪਿਆਰ ਹੋਵੇ ਧਰਮ ਦਾ, ਧਰਮ ਦੇ ਖੇਤਰ ਵਿੱਚ ਬੋਲਦਾ ਹੋਵੇ, ਉਹਨੂੰ ਅਸੀਂ ਕੀ ਸੋਹ ਕਰਦੇ ਹਾਂ? ਇਹ ਅੱਤਵਾਦੀ ਹੈ, ਇਹ ਖਾੜਕੂ ਹੈ। ਹਾਲਾਂਕਿ ਨਹੀਂ, ਉਹ ਧਰਮੀ ਬੰਦਾ ਹੈ। ਉਹਦੀ ਸਭ ਨੂੰ ਕੌਣ ਖਰਾਬ ਕਰਦਾ ਹੈ? ਅਸੀਂ ਪੱਗਾਂ ਵਾਲੇ, ਅਸੀਂ ਦਾੜੀਆਂ ਵਾਲੇ। ਮਹਾਰਾਜ ਨੇ ਕਿਹਾ ਸੀ ਦਇਆ ਸਿੰਘ ਨੂੰ, ਦਿਆਨੰਦ ਸਿੰਘ ਨੂੰ ਗੱਲ ਕਹੀ ਸੀ, ਦਇਆ ਸਿਆਂ ਜਦੋਂ ਇਹਨਾਂ ਨਿਤਨੇਮ ਭਜਨ ਛੱਡ ਕੇ ਇਹ ਮੈਂ ਤੇ ਹੋ ਜਾਣਗੇ, ਇਹਨਾਂ ਦੀ ਕੁੱਤਿਆਂ ਵਾਲੀ ਹਾਲਤ ਹੋਊਗੀ। ਉਹ ਮਹਾਰਾਜ ਨੇ ਕਰਕੇ ਦਿਖਾਈ ਸਾਹਮਣੇ ਕੁੱਤਿਆਂ ਦਾ। ਮਹਾਰਾਜ ਕਹੇ ਜੇ ਇਹ ਕਹੇ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਵਰਤੀਤ। ਔਰ ਮਹਾਰਾਜ ਕੇ ਪਾਤਸ਼ਾਹ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਨਾ ਕਰੋ ਨਿਵਾਸ। ਮਨ ਦੇ ਵਿੱਚ ਦੂਆ ਮਕਸਦ ਨਾ ਹੋਵੇ ਕੋਈ, ਅਸਲੀ ਧਰਮੀ ਬਣ ਕੇ ਬੰਦਾ ਚੱਲਦਾ ਹੋਵੇ। ਗੁਰੂ ਸਾਥ ਦਿੰਦਾ ਹੈ, ਗੁਰੂ ਥਾਪੜਾ ਦਿੰਦਾ ਹੈ, ਗੁਰੂ ਮੁਖ ਉਜਲਾ ਰੱਖਦਾ ਹੈ। ਦੋ ਜਹਾਨਾਂ ਵਿੱਚ ਮੈਂ ਬਰਗਾੜੀ ਮੋਰਚੇ ਦੀ ਗੱਲ ਦੱਸਦਾ, ਉਹਦੀਆਂ ਜੜ੍ਹਾਂ ਭਾਵੇਂ ਕਿਤੇ ਹੁਣ ਧਿਆਨ ਸਿੰਘ ਮੰਡ ਦੱਸ ਸਕਦੇ ਨੇ। ਅਸੀਂ ਆਪਾਂ ਸਾਰੇ ਗਏ ਸਰਦਾ ਨਾਲ ਗੁਰੂ ਕਰਕੇ, ਆਪਾਂ ਗੁਰੂ ਕਰਕੇ ਗਏ। ਜਿਹੜੇ ਗੁਰੂ ਕਰਕੇ ਗਏ ਜਾਂ ਨਹੀਂ ਵੀ ਆਇਆ ਗਿਆ, ਉਹਨਾਂ ਨੇ ਬਾਹਰ ਬੈਠੇ ਨੇ ਮਾਇਆ ਭੇਜੀ ਮੋਰਚੇ 'ਚ। ਔਰ ਜਿੰਨੇ ਵੀ ਭਾਵਨਾ ਕਰਕੇ ਆਏ ਸਾਰਿਆਂ ਦੇ ਬੇੜੇ ਪਾਰ ਹੋ ਗਏ, ਸਾਰਿਆਂ ਦੇ ਬੇੜੇ ਪਾਰ ਹੋ ਗਏ। ਕਿਉਂਕਿ ਗੁਰੂ ਕਰਕੇ ਆਵਾਜ਼ ਆਈ, ਗੁਰੂ ਕਰਕੇ ਦੁਨੀਆ ਗਈ। ਬੇੜੇ ਪਾਰ ਹੁੰਦੇ ਨੇ ਸਰਦਾ ਤੇ ਭਾਵਨਾ ਵਾਲਿਆਂ ਦੇ। ਔਰ ਜਿਹੜੇ ਬੰਦੇ ਵਿੱਚ ਰਾਜਨੀਤਿਕ ਸੀ, ਜਿਹੜੇ ਬੰਦੇ ਨੂੰ ਪਤਾ ਸੀ ਅਸਲ ਅਸੀਂ ਬੇਈਮਾਨ, ਅਸੀਂ ਅੱਗੇ ਜਾ ਕੇ ਪੈਰ ਖਿਸਕ ਆਉਣੇ ਆ, ਆਹ ਜਿਹੜੀ ਹੇਠਾਂ ਦੁਨੀਆ ਹੈ ਕਮਲੀ ਹੈ, ਉਹ ਦੁਨੀਆ ਤਾਂ ਕਮਲੀ ਨਹੀਂ ਹੋਈ, ਉਹ ਤਾਂ ਸਦਾ ਹੀ ਸਿਆਣੀ ਰਹਿਣੀ ਆ। ਅੰਦਰੋਂ ਸਿਆਣੇ ਸਿੱਖ ਹੁੰਦੇ ਆ, ਉਹ ਜ਼ਰੂਰ ਕਮਲੇ ਹੋ ਗਏ। ਔਰ ਉਹ ਉਹਨਾਂ ਦੇ ਜ਼ਰੂਰ ਚਿਹਰੇ ਵੀ ਨੰਗੇ ਹੋ ਗਏ। ਔਰ ਹੁਣ ਤਾਂ ਸਾਰੀ ਦੁਨੀਆ ਦੇ ਸਾਹਮਣੇ ਆ ਗਏ। ਬੋਲਣ ਦੀ ਲੋੜ ਨਹੀਂ, ਨਾਂ ਲੈਣ ਦੀ ਲੋੜ ਨਹੀਂ। ਦੁਨੀਆ ਉਹਨਾਂ ਨੂੰ ਕਿਸ ਅੱਖ ਨਾਲ ਦੇਖਦੀ ਹੈ? ਇਹ ਸਾਰੇ ਦੇ ਸਾਹਮਣੇ ਹੈ, ਸਾਰੇ ਸਾਹਮਣੇ ਹੈ। ਔਰ ਉਹ ਤਿਲਕੇ ਹੋਏ ਅਮੀਰੀਆਂ ਵਜ਼ੀਰੀਆਂ ਦੇ ਨਾਲ ਨਹੀਂ ਬੰਦਾ ਬਣਦਾ ਹੁੰਦਾ ਭਾਵਨਾ ਪ੍ਰੀਤ ਜੀ। ਇਹ ਤਾਂ ਗੁਰੂ ਦੀ ਕਿਰਪਾ ਹੋਵੇ। ਉਹ ਤਿਲਕੇ ਹੋਏ ਅੱਜ ਤੱਕ ਰਾਸ ਨਹੀਂ ਆਏ, ਨਾ ਆਉਣਾ। ਗੁਰੂ ਤੋਂ ਤਿਲਕਿਆ। ਸਾਹਿਬ ਸੰਕਟ ਮੈਂ ਸੇਵਕ ਭੱਜੈ, ਚਰੰਕਾਰ ਨਾ ਜੀਵੈ ਦੋ ਕੁਲ ਲੱਚੈ। ਇਹ ਮਾਰ ਦੇ ਵਚਨ ਹੈ ਭਾਵਨਾ ਪ੍ਰੀਤ ਜੀ। ਬਈ ਵਿਚਾਰਾਂ ਤੋਂ ਹੋਰ ਹੀ ਬਹੁਤ ਸੀ ਕਰਨਾ ਆਈਆਂ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਆਪ ਦਰਸ਼ਕਾਂ ਕੋਲ ਆਗਿਆ ਲਈਏ ਜੀ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।